गुरमान तेरा सिरै ऊपर, फिर ना करत विचार। तू ही दरिया तू ही करिया, तुझै ते निस्तार। बंदे बंदगी इख्तियार, साहिब रोस धरो के प्यार। रहाओ नाम तेरा आधार मेरा, ज्यों फूल जई है नार। कह कबीर गुलाम घर का, जियाए पावै मार। नाम तेरा आधार मेरा, ज्यों फूल जई है नार। कह कबीर गुलाम घर का, जियाए पावै मार। वाहिगुरु जी का खालसा, वाहिगुरु जी की फतेह। परम सन्मानयोग जुग जुग अटल चबर छतर ते तखत दे मालक, बाणी के बोहेत सर्ब सांझीवालता दे प्रतीक शब्द गुरु। दसां ही पातशाहियां दी जोत, धन धन श्री गुरु ग्रंथ साहिब महाराज जी दी पावन पवित्र हजूरी। गुरुद्वारा दमदमा साहिब पातशाही पहली, पातशाही छेवीं महान पवित्र इतिहासक स्थान ते विराजमान यात्रा कर रही बहुत ही सत्कारयोग गुरु रूप साध संगत जी, सतगुरु जी की महान बख्शिश है। आप गुरु प्यार वालियां ने ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਹਜ਼ੂਰ ਦੇ ਸਨਮੁਖ ਨਤਮਸਤਕ ਹੁੰਦਿਆਂ ਜਿੱਥੇ ਸੀਸ ਪਾਵਨ ਕੀਤੇ ਹਨ, ਭਾਈ ਕਦਮ ਸਫਲੇ ਹੋਏ, ਸਵਾਸ ਸਫਲੇ ਹੋਏ, ਜਿੰਦ ਅਰਪਣ ਕੀਤੀ। ਕੁਝ ਰੂਹਾਂ ਨੇ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਵੀ ਲਾਹੇ ਪ੍ਰਾਪਤ ਕੀਤੇ। ਸੋ ਗੁਰਦੇਵ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਹਜ਼ੂਰ ਆਪਣੇ ਦਰ 'ਤੇ ਪ੍ਰਵਾਨ ਕਰ ਸਭਨਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰਨ ਕਰਨ। ਜੋ ਜੀ ਹਜ਼ੂਰ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ ਭਾਈ, ਸੁਖ ਹੋਵੇ। ਸੋ ਗੁਰੂ ਰੂਪ ਸਾਧ ਸੰਗਤ ਜੀ ਉਪਰੰਤ ਆਪ ਜੀ ਨੇ ਹੁਣੇ ਹੁਣੇ ਆਪਣੇ ਚੌਂਕੀਦਾਰ ਪਾਸੋਂ ਜੋ ਇੱਕ ਪਵਿੱਤਰ ਸ਼ਬਦ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਗੁਰੂ ਰੂਪ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 338 ਤੇ ਦਰਜ ਹੈ। ਕਿਉਂਕਿ ਗੁਰਬਾਣੀ ਦੇ ਹਰੇਕ ਸ਼ਬਦ, ਸ਼ੰਤ, ਸ਼ਲੋਕ, ਪੌੜੀ, ਉਸ ਦਾ ਆਕਾਰ ਜਾਂ ਉਸ ਦਾ ਬਾਣੀ ਦਾ ਨਾਮ ਜੁਦਾ ਜੁਦਾ ਹੋ ਸਕਦਾ ਹੈ, ਪਰ ਪ੍ਰਯੋਜਨ ਇੱਕੋ ਹੀ ਹੈ ਕਿ ਮਨੁੱਖਤਾ ਵਾਸਤੇ ਕੋਈ ਮਿਲਵਾਂ ਬੱਝਵਾਂ ਉਹਦੇ ਵਿੱਚ ਕੋਈ ਮੈਸੇਜ, ਕੋਈ ਉਪਦੇਸ਼ ਹੁੰਦਾ ਹੈ, ਉਹਦਾ ਕੋਈ ਪ੍ਰਯੋਜਨ ਹੁੰਦਾ ਹੈ। ਇਹ ਕੋਈ ਸਧਾਰਨ ਕਵਿਤਾ ਨਹੀਂ ਵੀ ਭਾਵੇਂ ਉਹਦਾ ਕੋਈ ਅਰਥ ਨਿਕਲੇ ਜਾਂ ਨਾ ਨਿਕਲੇ, ਭਾਵ ਨਿਕਲੇ ਜਾਂ ਨਾ ਨਿਕਲੇ, ਕਵੀ ਬਣਨਾ ਹੈ, ਕਵਿਤਾ ਲਿਖਣੀ ਹੈ, ਇਹ ਉਹ ਕਾਵਿ ਰੂਪ ਨਹੀਂ।
ਇਹਦੇ ਬਾਰੇ ਇਹ ਵੀ ਬਚਨ ਹੈ ਕਿ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਜਿਉ ਕਾਂਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਉ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਜਿਹੜਾ ਜਿਹੜਾ ਗਾਏਗਾ, ਸੁਣੇਗਾ, ਸੁਣਾਏਗਾ, ਸਮਝੇਗਾ, ਸਮਝਾਏਗਾ, ਪੜ੍ਹੇਗਾ, ਪੜ੍ਹਾਏਗਾ, ਉਸ ਦਾ ਪਾਰ ਉਤਾਰਾ ਹੋ ਜਾਏਗਾ। ਕੋਈ ਭਾਵਨਾ ਨਾਲ ਦੋਵੇਂ ਕੰਨ ਦੋਵੇਂ ਅੱਖਾਂ ਖੋਲ੍ਹ ਕੇ ਪੜ੍ਹੇ ਸੁਣੇ ਵਿਚਾਰੇ ਤਾਂ ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਆਪ ਜੀ ਨੇ ਬੜੀ ਸ਼ਰਧਾ ਸ਼ਿੱਦਤ ਔਰ ਭਾਵਨਾ ਸਹਿਤ ਹਜ਼ੂਰ ਦਾ ਇਹ ਪਾਵਨ ਬਚਨ ਸਰਵਣ ਕੀਤਾ ਹੈ। ਆਓ ਬਚਿਆ ਹੋਇਆ ਸਮਾਂ ਇਸ ਸ਼ਬਦ ਦੀ ਵਿਚਾਰ ਕਰੀਏ। ਇਸ ਤੋਂ ਪਹਿਲਾਂ ਸੇਵਾਦਾਰ ਤੁੱਛ ਬੁੱਧੀ ਅਨੁਸਾਰ ਬੇਨਤੀਆਂ ਸ਼ੁਰੂ ਕਰੇ। ਆਓ ਰੋਜ਼ਾਨਾ ਦੀ ਤਰ੍ਹਾਂ ਅਸੀਸ ਦੀ ਯਾਚਨਾ ਕਰਦਾ ਹਾਂ ਜੀ। ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਸੋ ਸਾਧ ਸੰਗਤ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਰੀ ਸੰਗਤ ਪਿਆਰ ਨਾਲ ਗੁਰਮੰਤਰ ਉਚਾਰਨ ਕਰੋ ਤੇ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਤੋ ਸਾਧ ਸੰਗਤ ਵਿਚਾਰਧੀਨ ਸ਼ਬਦ ਰਜ਼ਾ ਦੇ ਸੰਦਰਭ ਵਿੱਚ ਹੈ। ਦੋ ਪਦਿਆਂ ਦਾ ਸ਼ਬਦ ਹੈ। ਆਕਾਰ ਬਿਲਕੁਲ ਸੰਖੇਪ ਹੈ। ਇਤਨਾ ਕੁ ਸ਼ਬਦ ਹੈ, ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਉਹ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਤਰੋ ਕੇ ਪਿਆਰ, ਨਾਮ तेरा आधार मेरा जो फूल जई है नार, और कौ कबीर गुलाम कर का जियाए पावे मार। इतना संक्षेप शब्द है। और शब्द का सेंट्रल आइडिया, शब्द का जो सारांश है वो है रज़ा। ये चार शब्द बड़े गुरबाणी विच प्रचलित ने, पर्याय आए ने, पर्यायवाची के रूप में सामर्थां के रूप च आए ने। मैं अर्ज करदियां और उम्मीद है तुसी दिलचस्पी दिखाओगे। एक तो शब्द है रज़ा, रज़ा विच राजी रहना। दूसरा शब्द है हुक्म और तीसरा शब्द है भाणा। चौथा शब्द है फुरमान और पंजवां शब्द है आग्या। उंज ये शब्द दर्जन तो भी अगे चले जाते हैं जिहड़े पर्यायवाची ने। श्री गुरु ग्रंथ साहब की मैं गल करना, बाहर दी नहीं। पर ये पंज कु शब्द पर्यायवाची सामर्थां के रूप में मोहर मोह आए ने, ईवन वार वार आए ने। हुण अज हजूर बख्शिश करते ने रहाव वालियां पंक्तियां विच, बंदे बंदगी इख्तियार, कक्के नाले इख्तियार, पर अर्थ करन लग्या कक्के की थां ते खा ला लेना। बंदे बंदगी इख्तियार, हे बंदे तू बंदगी नूं इख्तियार कर लै, बंदगी नूं तू धारण कर लै, बंदगी करनी शुरू कर दे। साहिब रोस धरो कि प्यार, भावें साहिब मालक प्रभु अकाल पुरख वैगुरु ईश्वर तेरे नाल प्यार करे ते भावें तेरे नाल रोस करे, भावें सेंस भावें तेनू सुख दे ते भावें तेनू दुख दे, मान दे अपमान दे, रिजक दे भुखमरी दे, तंदुरुस्ती दे बीमारी दे, तू इको ही काम कर। दोवां हालातां विच ओहदी बंदगी करनी शुरू कर दे। बंदे खोज दिल हर रोज़, मैं बेनती करना हुंदा ना भी बैठ जाओ और बैठ के 5-10 मिनट केयर करो भी मैं की करना। हुण वो केयर करना की है, खोज करना है, मैं कर की रहा वां, मैं हाँ कौन। किते मैं बेहोशी दे आलम विच ते ये बेशकीमती जिंदगी ज़ाया नहीं कर रहा। मैं बड़ा अखां टट टट के लोगों को देखना वा। मैं 10 मिनट ये भी देखा भी मैं कौन हाँ, कित्थों आया वां, मेरे जीवन का प्रयोजन की है, और मैं करदा की फिरदा वां। बंदे खोज दिल हर रोज़ ना फिर परेशानी माहे, जा तेनू लिख के जमानत दे दी तू परेशान नहीं होवेगा। फिर बंदे बंदगी इख्तियार, साहिब रोस धरो
कि प्यार वो तेनू रोस विखाए, प्यार करे, दुख दे, सुख दे। एक शब्द मैं धन गुरु अर्जन साहब सच्चे पातशाह का उचारण किया होया, जिहड़ा उन्होंने अपने पिंडे ते हंडा के फिर उचारण किया, जो इस शब्द की व्याख्या करता है, वो तुहाडी नज़र करा। शब्द है मारू महला पंजवां, मारू राग विच है। पंजवें पातशाह का यह शब्द है, मान मोह अर लोभ विकारा बियो चीत ना घालियो, नाम रतन गुणा हर बनजे लाद वखर लै चालियो। सेवक किस तरह का होना चाहिए? ਉਹਦੇ ਵਿੱਚ ਮਾਨ ना ਹੋਵੇ। ये कहना बड़ा आसान है, पर इनू काबू करना इतना आसान नहीं। हजूर बाणी विच कहंदे ना भी माया छड्ड देनी सौखी नहीं, पर कुछ लोग माया छड्ड देंदे ने, मान फिर भी नहीं छड्डिया जाता। और मान ही फाई बनता है। मान मुनि मुनवर गले, फिर मान सबे को खाए, ये भी लिखा है। सो मान मोह अर लोभ विकारा बीओ, परमात्मा नू छड्ड के बीओ मीनज दूजी कोई भी चीज़, दूजी किसी भी चीज़ नू चीत ना घालियो, नाम रतन गुणा हर बनजे। नाम रूपी रतन गुण उन्हां दा बनज कीता, और लाद वखर लै चालियो। सेवक की ओढ़क निभही प्रीत, जीवत साहिब सेवियो अपना चलते राखियो जी। सेवक दी प्रीत ओढ़क मीज अंत तक निभ गई। रजा विच राजी रहन दा जिहड़ा कॉन्सैप्ट सी, लोकी कहंदे ने भी गुरु अर्जन साहब नूं ना तत्ती तवी ते बिठा के शीश च तत्ता रेता पा के शहीद किया। इदां असीं सारे समझने आ, मनने आ। ध्यान दिया जे पूरी गल सुन लिओ, भड़क ना जाओ। तुसी किते ज्ञान के नेत्रां नाल वेखो ते तुहानूं नज़र आवेगा सारी उम्र ही गुरु अर्जन साहब तत्ती तवी ते बैठे रहे। कदी उन्होंने पिरथी चंद तत्ती तवी ते बिठांदा है, कदी चंदू बिठांदा है, कदी मुर्तज़ा खान, कदी शेख फरीद बुखारी, कदी अहमद सरहंदी, कदी वो जिहदे चुटकले बड़े खुश हो के सुनते सुनाते हो बीरबल जिन्हों कहते हो, महेश दास ब्राह्मण। ये 12-13 जणियां दी चंडाल चौंकड़ी सी, जिन्हां ने जींदे जी भी गुरु अर्जन साहब नूं बाकायदा तत्ती तवी ते बिठाई रखिया। और हजूर ने ता उम्र जबर का मुकाबला सबर नाल कीता, बर्दाश्त किया, धीरज रखिया। और फिर जदों अंत सथूल तवी दे उत्ते जिहड़ी तवी दिसदी है, पहलां वाली तवी दिसदी नहीं सी, वो तवी जिहड़ी दिसदी है उहदे उत्ते बिठा के शहीद किया। ते फिर कहन लगे अकाल पुरख तेरा शुक्र है, सेवक की ओढ़क निभही प्रीत। अज शरीर छड्ड जाना है, पर मैनू इस गल की खुशी है अंत तक मैं तेरी रजा विच राजी रहा वां। मैं उलामा नहीं दिता, उलाहणों मैं काहू ना दियो, मन मीठ तुहारो कीओ। मैं तुहाडे बचन नूं मन विच मिठा करके मन्निया, और मैं उलामा नहीं ता उम्र दिता। तू जिस तरह दियां भी परिस्थितियां मेरे लिए बनाईयां, क्रिएट कीतियां, मैं उहदे विच शुक्र शुक्र करदे ने जिंदगी बशर कर दी। ये मेरी खुशकिस्मती है वागरू कि मैं ओढ़क अपनी प्रीत निभा के चलिया। सेवक की ओढ़क निभही प्रीत, जीवत साहिब सेवियो अपना चलते राखियो चीत। जदों मैं शरीर छड्ड रहा वां ते मैनू खुशी है, उदों भी मेरी सुरत विच तुसीं हो। मेरी सुरत विच कोई दहशत नहीं, कोई खौफ नहीं, कोई डर नहीं, कोई लोभ नहीं, कोई परिवार की सुरत नहीं आ रही, संसार की सुरत मेरी सुरत विच संसार नहीं आ रहा। तुसी मेरी सुरत विच हो, मेरा जीवन सफल हो गया। जैसी आज्ञा कीनी ठाकुर, तिस ते मुख नहीं मोरियो, क्योंकि फुरमान तेरा सिरै उपर फिर ना करत विचार। कबीर साहब कहते हैं, हे वाहिगुरू तेरा फुरमान, तेरा हुक्म, तेरी रजा, तेरा भाणा, तेरी आज्ञा मैनू खेड़े मत्थे प्रवान है। क्या बात है। फुरमान तेरा सिरै उपर फिर ना करत विचार। जो भी तेरा हुक्म होवे उहदे ते मैं विचार कादी करनी है, बई मैं फिर परत के विचार करांगा जां मैं इनू उल्टा देंगा? नहीं, बिल्कुल नहीं। इनू उल्टाण का कोई मतलब ही नहीं। खिड़े मत्थे प्रवान है। फुरमान तेरा सिरै उपर
फिर ना करत विचार, जैसी आज्ञा कीनी ठाकुर, तिस ते मुख नहीं मोरियो। सहज आनंद रखियो ग्रह भीतर, उठ उआहू को दौड़ियो। अंदर आत्मक अडोलता है, सहज अंदर आनंद है। हिरदे रूपी घर दे विच इस प्रकार आनंद है। ते जिधर भी हुक्म कीता सहज आनंद रखियो, ते ग्रह भीतर उठ उआहू को दौड़ियो। जिधर भी हुक्म कीता, जा लाहौर जाना है तो लाहौर चले गए, इधर जाना है तो उधर। बस गुरु रामदास की रसना चों हुक्म अजे थोड़ा जिहा निकलना बाकी हुंदा सी ते आप जी कमर कस्सा करके तुर पैंदे सन। पिता जी 7 बचन। फिर आग्या मैं भूख, गुरता गद्दी ते बैठे। पिरथी चंद ने नाकेबंदी करके दसवंध की रकम अगलवांडी जाके लै लैनी। लंगर छकन का टाइम आना तो सारी संगत नूं उधर भेज देना। लंगर मस्ताने हो गए। वेखो ये जिहड़ी तुसीं पंक्ति वरतदे हो ना, भी खावें खर्चे रल मिल भाई, तोट ना आवे वध हो जाई, ये कम्यूनिटी किचन वास्ते नहीं है। तुसीं उथों कढ कढ के वरताई जाओ तो आखो भी ये मुक्केगी नहीं भाई, ये मुक्केगी। हवाई गल्लां दा कोई लाभ नहीं गा। ये जिहड़ी पंक्ति है ना, खावे खर्चे रल मिल भाई, तोट ना आवे वध हो जाई, वो ऐस खजाने वास्ते है। वो आत्मक खुराक दे किचन की गल है। जिस किचन विच तुसीं बैठे हुए हो, इस किचन विच जिन्ना कड़छे भर भर वरताइए उन्ना वधदा है, जिन्नी कंजूसी करिए उन्ना लंगर घटदा है। की मतलब, तुहानूं शुद्ध उचारण करना आ गया है, तुसीं 10-20 नूं सिखाओ, तुहाडा होर अध्ययन हो जाएगा। तुहानूं कीर्तन करना आउंदा, तुसीं रोज़ कीर्तन करो, तुहाडा गुण होर पालिश हो जाएगा। तुहानूं कथा करनी आउंदी है, तुसीं सुनाओ, तुहाडा एक्सपीरियंस होर वधदा जाएगा, होर वधदा जाएगा। तो जे तुसीं कंजूसी करो भी नहीं, मैनूं ते आ गया, मैं तो किसी नूं नहीं सिखाना, मैं तो किसी नूं नहीं दसना, तो वो तुहाडा गुण आहिस्ता आहिस्ता घटना शुरू हो जाएगा। पानी सब दी मैल धोंदा है, पर पानी भी रुक जाए तो खुद मैला हो जाता है, गंदा हो जाता है, कीड़े पै जाते हैं। उंज सारिਆਂ ਨੂੰ ਧੋਂਦਾ है, पर रुक जाए तो खुद ही गंदा हो जाता है। इस वास्ते कम्यूनिटी किचन वास्ते शब्द नहीं गए, ये शब्द ने शब्द के लंगर वास्ते, जिन्हों महाराज कहते ने गुरु अर्जन साहब सच्चे पातशाह, हम धनवंत भागट सच नाए, असी बड़े धनाड़ हाँ, बड़े अमीर हाँ। आत्मक पक्षों, दुनियावी पक्षों गुरु अर्जन साहब महाराज कहते मेरी कम्यूनिटी का कोई मैंबर गरीब भी हो सकता है। मैं ये नहीं दावा करता भी असी सब फाइनैंशली साउंड हाँ, पर हाँ आत्मक पक्षों असी निहायत अमीर हाँ, रॉयल लोग हाँ, धनाड़ लोग हाँ। और जे कोई गरीब है तो वो अपनी मिस्टेक करके है। हम धनवंत भागट, धनवंत का ही पर्यायवाची भागट है। सच नाए क्यों जी, कह लगे हर गुण गावे है सहज सुभाए, प्यू दादे का खोल डिठा खजाना। ये प्यो दादे का खजाना है। साड़ी बदकिस्मती है कि असी इतने खचत हो गए हैं पदार्थां च भी प्यो दादे का खजाना सानू पाठी सुनाए, रागी सुनाए, कथावाचक सुनाए, साढ़े कोल फुरसत नहीं बई असी 10 मिनट 20 मिनट अद्धा घंटा समा कढ़ के इस खजाने चों कोई 2 चम्मच असी भी छक लईए। किस तरह पंजवें पातशाह पिछे पिछे फिरते ने, जिवें माँ कौली च पदार्थ पा के चिमचा विच रख के पे अड़िया 1 चम्मच खा के ते वेख बड़ा स्वादी है। जे तू 1 चम्मच पुत खा लिया, तू सारी कौली खा के मेथों होर मंगना, अड़िया 1 चम्मच ते खा के वेख। इस तरह पंजवें पातशाह कौली च पा के चमचा विच रख के भर के साडे पिछे पिछे तुरे फिरदे ने ते कहंदे ने थाल विच 3 वस्तु पईओ, 7 संतोख विचारो, अमृत नाम ठाकुर का पयो, जिसका सबस आधारो। फिर कहंदे ने जे को खावे जे को पुंचै, जेड़ा जेड़ा खावेगा खा के पुंचै मींज पचावेगा तिसदा उधार हो जाएगा। इसलिए जे को खावे जे को पुंचै तिसका होए उधारो। फिर कहती है मां जान लगी, पुत तू मेरे आखे नहीं लगा, मैं रख चली हाँ, ये छड्डन वाली वस्तु नहीं, जदों दिल करेगा उठ के खा ली। फिर हजूर कहते ने वस्त तजी न जाई,
ਨਿਤ ਨਿਤ ਰਖ ਔਰ ਧਾਰੋ, ਕਰੂਣੀਆਂ ਨਾ ਕਰੋ ਹਿਰਦੇ ਚ ਧਾਰਨ ਕਰੋ, ਤੇ ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ। ਹਮ ਤਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਫਿਰ ਹਜ਼ੂਰ ਕਹਿੰਦੇ ਨੇ ਖਾਵੇਂ ਹੈ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਹ ਵਿਦਿਆ ਦੀ ਗੱਲ ਹੈ, ਕਮਿਊਨਿਟੀ ਕਿਚਨ ਦੀ ਨਹੀਂ, ਹੇਠਲੇ ਕਿਚਨ ਦੀ ਨਹੀਂ, ਉੱਪਰਲੇ ਕਿਚਨ ਦੀ ਗੱਲ ਹੈ। सरस्वती के भंडार की बड़ी अपूर्व बात, ज्यों ज्यों खर्चो त्यों बढ़े, बिन खर्चे घट जात। सरस्वती विद्या शब्द, शब्द जिन्ना कड़छे पर वरताओ उन्ना वधदा है, जिन्ना ना वरताओ उन्ना घटदा है। सरस्वती के भंडार की बड़ी अपूर्व, बड़ी अनोखी गल है। की अनोखी गल है? ज्यों ज्यों खर्चो त्यों बढ़े। जी जे ना खर्चीए तो हजूर कहते बिन खर्चे घट जा। इसलिए खावें खर्चे रल मिल पाई। आखो खावें खर्चे रल मिल भाई, खावें खर्चे रल मिल भाई, खावें खावें खर्चे रल मिल भाई, खावें खर्चे रल मिल भाई, खावें टोट न आवे वध दो जाई, 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 टोट न आवे वध दो, टोट न आवे खावें खर्चे रल मिल भाई, खावें खर्चे रल मिल भाई, ਇਹ ਨਹੀਂ ਘਟਦਾ। ਪਰ ਜਿਹੜਾ ਕਮਿਊਨਿਟੀ ਕਿਚਨ ਹੈ ਉੱਥੇ ਸਟੋਰ ਕਰਨੇ ਦਾਲਾਂ, ਆਟਾ, ਘਿਓ, ਹਲਦੀ, ਨਮਕ, ਮਿਰਚ ਨਾਕੇ ਲਾ ਦਿੱਤੇ। ਦਸਵੰਧ ਦੀ ਰਕਮ ਅਗਲਵਾਂਡੀ ਜਾ ਕੇ ਲੈ ਲੈਣੀ ਤੇ ਲੰਗਰ ਮਸਤਾਨੇ ਹੋ ਗਏ। ਭਾਈ ਗੁਰਦਾਸ ਜੀ ਆਗਰਾ ਤੋਂ ਧਰਮ ਪ੍ਰਚਾਰ ਕਰਕੇ ਵਾਪਸ ਆਏ, ਪੰਜ ਇਸ਼ਨਾਨਾ ਕਰਕੇ ਪੰਗਤ 'ਚ ਬੈਠੇ, ਇੱਕ ਮਿੱਸਾ ਪ੍ਰਸ਼ਾਦਾ ਪ੍ਰਾਪਤ ਹੋਇਆ। ਛਕ ਲਿਆ ਸਬਰ ਕਰਕੇ। ਪੁੱਛਿਆ ਆਪਣੀ ਭੈਣ ਭਾਨੀ ਨੂੰ, ਭੈਣ ਇਸ ਲੰਗਰ ਵਿੱਚ ਤੇ ਘਿਆਲੀਆਂ ਖੀਰਾਂ ਵਰਤਦੀਆਂ ਸਨ, ਕੀ ਗੱਲ ਹੋ ਗਈ? ਉਹਨੇ ਦੱਸਿਆ ਵੀ ਭਰਾ ਜੀ ਆਹ ਪਿਰਥੀ ਚੰਦ ਨੇ ਕਰਤੂਤ ਕੀਤੀ ਹੈ। ਤੇ ਫਿਰ ਭਾਈ ਗੁਰਦਾਸ ਤੇ ਬੁੱਢਾ ਸਾਹਿਬ ਨੇ ਉਦੋਂ ਅਗਲਵਾਂਡੀ ਜਾ ਨਾਕੇ ਲਾਏ ਤੇ ਸੰਗਤ ਨੂੰ ਖਬਰਦਾਰ ਕੀਤਾ ਬਈ ਸਾਧ ਸੰਗਤ ਗੁਰਤਾ ਗੱਦੀ ਪਿਰਥੀ ਚੰਦ ਕੋਲ ਨਹੀਂ, ਗੁਰੂ ਅਰਜਨ ਸਾਹਿਬ ਕੋਲੇ, ਔਰ ਇਸ ਵਾਸਤੇ ਦਸਵੰਧ ਦੀ ਰਕਮ ਸਹੀ ਜਗ੍ਹਾ ਦੇ ਉੱਤੇ ਪਹੁੰਚਾਓ। ਲੰਗਰਾਂ 'ਚ ਫਿਰ ਚਹਿਲ ਪਹਿਲ ਹੋ ਗਈ। ਪਰ ਗੁਰੂ ਅਰਜਨ ਸਾਹਿਬ ਨੇ ਕੋਈ ਵੀ ਵਿਰੋਧ ਨਹੀਂ ਕੀਤਾ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸ਼ੋਗ ਹਰਖ ਨਹੀਂ ਜਾਣਿਓ, ਔਰ ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੈ ਲੈ ਮਾਨਿਓ। ਉਹਦੀ ਰਜਾ ਵਿੱਚ, ਭੁੱਖ ਵਿੱਚ ਹੀ ਆਨੰਦ ਵਿੱਚ ਰਹੇ। ਉਹਨਾਂ ਦਾ ਬਚਨ ਹੈ, ਭੂਖੋ ਭੋਜਨ ਰੂਖੋ ਭੋਜਨ, ਭੂਮ ਸੈਨ ਸਖੀ ਪ੍ਰਿਯ ਸੰਗ ਸੂਖ ਬਿਹਾਰ। ਭੋਜਨ ਰੁੱਖਾ ਹੋਵੇ, ਸੌਣਾ ਭੋਏ ਤੇ ਪਵੇ, ਮੰਜਾ ਕੋਈ ਨਾ ਹੋਵੇ, ਪਰ ਜੇ ਪਿਆਰੇ ਦੀ ਯਾਦ ਨਾਲ ਹੈ ਤੇ ਉਹਦੇ ਵਿੱਚ ਬੜਾ ਆਨੰਦ ਹੈ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਵਿੰਗ ਕਸਾਈਆਂ ਦੇ ਸਹਿਣਾ। ਆਗਿਆ ਮੈਂ ਭੂਖ ਸੋਈ ਕਰ ਸੂਖਾ, ਸ਼ੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਭਇਓ ਕੁਰਪਾਲ ਠਾਕੁਰ ਸੇਵਕ ਕੋ, ਸਬਰੇ ਹਲਤ ਪਲਾਤਾ,
ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਐ ਬੰਦੇ ਤੂੰ ਬੰਦਗੀ ਕਰ, ਮਾਲਕ ਤੇਰੇ ਨਾਲ ਰੋਸ ਕਰੇ ਜਾਂ ਪਿਆਰ ਕਰੇ, ਭਾਵ ਦੁੱਖ ਦੇ ਜਾਂ ਸੁੱਖ ਦੇ, ਤੂੰ ਬੰਦਗੀ ਨਾ ਛੱਡ। ਭਾਵ ਰਜਾ ਵਿੱਚ ਰਾਜੀ ਰਹੋ। ਹੁਣ ਜਦੋਂ ਅਸੀਂ ਅੰਮ੍ਰਿਤ ਵੇਲੇ ਸਭ ਤੋਂ ਪਹਿਲੀ ਬਾਣੀ ਪੜ੍ਹਨੇ ਆ ਜਪਜੀ, ਔਰ ਉਹਦਾ ਸਭ ਤੋਂ ਪਹਿਲਾ ਹਿੱਸਾ ਪੜ੍ਹਨੇ ਆ ਮੂਲ ਮੰਤਰ ਤੋਂ ਬਾਅਦ, ਤੇ ਉਹਦੇ ਵਿੱਚ ਪ੍ਰਚੰਡ ਇਹੀ ਗੱਲ ਕੀਤੀ ਗਈ ਹੈ। ਵਿਦਵਾਨਾਂ ਦਾ ਮਤ ਹੈ ਸਾਧ ਸੰਗਤ ਜੀ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਾਰ ਜਿਹੜਾ ਹੈ ਉਹ ਜਪਜੀ ਸਾਹਿਬ ਹੈ। ਜੇ ਕਿਸੇ ਨੇ ਚੰਗੀ ਤਰ੍ਹਾਂ ਨਿੱਠ ਕੇ ਜਪਜੀ ਸਾਹਿਬ ਸਮਝ ਲਈ ਤੇ ਸਮਝ ਲਓ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝ ਲਿਆ। ਹੁਣ ਜਪਜੀ ਵਿੱਚ ਮਹਾਰਾਜ ਸਾਡਾ ਇੱਕ ਬਹੁਤ ਵੱਡਾ ਭਰਮਗੜ੍ਹ ਤੋੜਦੇ ਨੇ ਕਿ 4 ਤਰੀਕੇ ਪ੍ਰਭੂ ਪ੍ਰਾਪਤੀ ਦੇ ਅਸੀਂ ਮੰਨੇ ਸਨ। ਇੱਕ ਤੀਰਥਾਂ ਦਾ ਇਸ਼ਨਾਨ, ਦੂਸਰਾ ਮੌਨ ਧਾਰਨਾ, ਔਰ ਫਿਰ ਗੁਰੂ ਸਵਾਰਿਓ ਸਿਆਣਪਾਂ ਵਰਤਨੀਆਂ, ਔਰ ਫਿਰ ਉਹ ਭੁੱਖਿਆਂ ਭੁੱਖ ਵਾਲੀ ਜਿਹੜੀ ਪੰਕਤੀ ਹੈ। ਇਹ 4 ਤਰੀਕੇ ਅਪਣਾਏ ਜਾਂਦੇ ਸਨ। ਮਹਾਰਾਜ ਨੇ ਚਾਰੇ ਕੰਡੈਮ ਕਰ ਦਿੱਤੇ। ਕਹਿਣ ਲੱਗੇ ਸੋਚੈ ਸੋਚ ਨਾ ਹੋਵਈ, ਜੇ ਸੋਚੀ। ਜੇ ਦੇ ਅਰਥਾਂ ਦੇ ਨੇੜੇ ਜਾਣਾ ਹੋਵੇ ਨਾ ਤੇ ਸੱਸੇ ਪੈਰ ਬਿੰਦੀ ਲਾ ਕੇ ਉਚਾਰਨ ਕਰੋ ਤੇ ਬੜੀ ਜਲਦੀ ਪਹੁੰਚ ਜਾਓਗੇ। ਕੁਝ ਸੰਪਰਦਾਵਾਂ ਜਾਂ ਕੁਝ ਗੁਰਮੁਖਾਂ ਦਾ ਵਿਚਾਰ ਨਹੀਂ ਇਤਫਾਕ ਰੱਖਦਾ, ਮੈਂ ਤਾਂ ਬੇਨਤੀ ਕੀਤੀ ਹੈ। ਦਿਲ ਕਰਦਾ ਲਾਓ, ਦਿਲ ਕਰਦਾ ਨਾ ਲਾਓ, ਪਰ ਸਮਝਣ ਲਈ ਜੇ ਸੱਸੇ ਪੈਰ ਬਿੰਦੀ ਲਾ ਲਓ, ਸੋਚ ਨੂੰ ਸੋਚ ਕਹੋ ਤੇ ਗੱਲ ਸਪਸ਼ਟ ਹੋ ਜਾਏਗੀ। ਹੁਣ ਕਈ ਟੇਬਲ ਟਾਕ ਵਿੱਚ ਪਤਾ ਕੀ ਕਰਦੇ, ਕੋਈ ਬੰਦਾ ਸੋਚੀ ਪਿਆ ਹੋਵੇ ਨਾ, ਸੋਚੀ ਪਿਆ ਹੋਵੇ ਤੇ ਉਹਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਨਾ, ਫੇਸ ਤੋਂ, ਵੀ ਇਹ ਚਿੰਤਤ ਹੈ, ਤੇ ਉਹਨੂੰ ਕਹਿਣਗੇ ਵੀ ਨਾ ਇੰਨਾ ਸੋਚਣਾ, ਕੋਈ ਗੱਲ ਨਹੀਂ ਠੀਕ ਹੋ ਜਾਏਗਾ। ਮਹਾਰਾਜ ਵੀ ਆਂਦੇ ਨਹੀਂ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਉੱਥੇ ਸੋਚਿਆ ਹੀ ਕਹਿ ਦਿੰਦੇ ਨੇ, ਉਹ ਇਹਨੂੰ ਇਸ ਸੈਂਸ ਵਿੱਚ ਸਮਝਦੇ ਨੇ। ਪਿਆਰਿਓ, ਇਹ ਜਿਹੜਾ ਸੋਚ ਹੈ ਇਹ ਸੁਚਮਤਾ ਤੋਂ ਹੈ, ਇਹ ਬਾਤ ਨਾਲ ਸੰਬੰਧ ਰੱਖਦਾ ਹੈ। ਤੁਸੀਂ ਜਿਹਨੂੰ ਹਮਾਮ ਕਹਿ ਲੈਂਦੇ ਹੋ, ਨਹਾਉਣ ਤੋਂ ਮੁਰਾਦ ਹੈ। ਤੁਸੀਂ ਕਹੋਗੇ ਕਿਵੇਂ? ਹੁਣ ਤੁਸੀਂ ਅੱਗੇ ਜਾਓ ਸੁਖਮਣੀ ਵਿੱਚ, ਮਹਾਰਾਜ ਕਹਿੰਦੇ ਨੇ ਸੋਚ ਕਰੈ ਦਿਨਸ ਅਰ ਰਾਤ, ਔਰ ਮਨ ਕੀ ਮੈਲ ਨਾ। ਕਲੀਅਰ ਕਰ ਦਿੱਤਾ ਨਾ ਵੀ ਸੋਚ ਦੇ ਅਰਥ ਕੀ ਨੇ। ਤੋਰਿਆ ਤਨ ਨੂੰ ਤੇ ਮਨ ਕਿਵੇਂ ਨਿਰਮਲ ਹੋ ਜਾਏਗਾ? ਭਾਈ ਪਾਣੀ ਨਾਲ ਤਨ ਨੂੰ ਧੋ, ਜੰਮ ਜੰਮ ਕੇ ਧੋ, ਦਿਹਾੜੀ 'ਚ 2-2 ਵਾਰਾਂ ਧੋ, ਚੰਗੀ ਗੱਲ ਹੈ, ਸੁਚੇਤ ਹੋ ਜਾਏਗਾ। ਪਾਣੀ ਨਾਲ ਤਨ ਨੂੰ ਧੋ, ਬਾਣੀ ਨਾਲ ਮਨ ਨੂੰ ਧੋ। ਪਾਣੀ ਦੀ ਪਹੁੰਚ ਮਨ ਤੱਕ ਹੈ ਹੀ ਨਹੀਂ, ਇਹ ਕਿਵੇਂ ਧੋਵੇਗਾ? ਪਰ ਬਾਣੀ ਦੀ ਉੱਥੋਂ ਤੱਕ ਵੀ ਪਹੁੰਚ ਹੈ। ਹੁਣ ਤੁਸੀਂ ਰੇਲਵੇ ਸਟੇਸ਼ਨਾਂ 'ਤੇ ਜਾਓ, ਉੱਥੇ ਤੁਸੀਂ ਕਿਸੇ ਨੂੰ ਪੁੱਛੋ ਵੀ ਵਾਸ਼ਰੂਮ ਜਾਣਾ ਹੈ, ਬੇਸ਼ੱਕ ਉੱਥੇ ਇੰਗਲਿਸ਼ 'ਚ ਵੀ ਲਿਖਿਆ ਹੋਵੇਗਾ, ਪੰਜਾਬੀ 'ਚ ਵੀ ਲਿਖਿਆ ਹੋਵੇਗਾ, ਪਰ ਹਿੰਦੀ 'ਚ ਲਿਖਿਆ ਹੋਵੇਗਾ ਸ਼ੌਚਾਲਿਆ, ਸ਼ੌਚ ਪਲਸ ਆਲਿਆ। ਆਲਿਆ ਮੈਨੇ ਘਰ, ਸ਼ੌਚ ਮੈਨੇ ਇਸ਼ਨਾਨ ਘਰ ਜਾਂ ਹਾਜਤ ਪੂਰੀ ਕਰਨ ਦੀ ਜਗ੍ਹਾ। ਸੋ ਅਸਲ ਸ਼ਬਦ ਹੈ ਸੋਚ। ਸੋਚਣ ਦੀ ਸੈਂਸ ਵਿੱਚ ਨਹੀਂ। ਜੇ ਸੋਚਣ ਦੀ ਸੈਂਸ ਵਿੱਚ ਹੁੰਦਾ ਫਿਰ ਅੱਗੇ ਉਹ ਸੋਚਣ ਵਾਲੀ ਗੱਲ ਤੇ ਸਿਆਣਪਾ ਵਾਲੀ ਪਦੇ 'ਚ ਆ ਗਈ ਨਾ ਪਿਆਰਿਓ, ਫਿਰ ਇਹਦੀ ਜ਼ਰੂਰਤ ਨਹੀਂ ਸੀ। ਤੋ 4 ਜਿਹੜੇ ਸਾਡੇ ਭਰਮ ਸਨ, 4 ਸਾਡੇ ਕਰਮ ਕਾਂਡ ਗੁਰੂ ਨਾਨਕ ਨੇ ਸਾਡੇ ਹੱਥੋਂ ਖੋਹ ਕੇ ਤੇ ਸਾਨੂੰ ਇੱਕ ਕਾਮਨ ਜੀ ਚੀਜ਼ ਦਿੱਤੀ ਜੀਵਨ ਸਫਲ ਕਰਨ ਦੀ। ਉਹ ਕਿਹੜੀ ਦਿੱਤੀ? ਮੈਂ ਅਰਜ਼ ਕਰਾਂ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਲੱਖਾਂ ਵਾਰੀ ਵੀ ਇਸ਼ਨਾਨ ਕਰੀਏ ਤੇ ਪਵਿੱਤਰਤਾ ਤੇ ਫਿਰ ਵੀ ਨਹੀਂ ਹੁੰਦੀ। ਇਸ਼ਨਾਨ ਕਰਨਾ, ਪਰ ਰੋਜ਼ ਇਸ਼ਨਾਨ ਕਰੋ, ਤਨ ਤੇ ਰੋਜ਼ ਗੰਦਾ ਹੁੰਦਾ ਹੈ। ਸਾਡੇ ਜਿਹੜੇ 9 ਦੁਆਰ ਨੇ ਨਾ ਪਿਆਰਿਓ, ਇਹਨਾਂ ਵਿੱਚੋਂ ਗੰਦਗੀ ਨਿਕਲਦੀ ਹੈ, ਮੈਨੂੰ ਖਿਮਾ ਕਰਨਾ। ਕੰਨਾਂ 'ਚ ਵੀ ਮੈਲ ਹੈ, ਅੱਖਾਂ ਵਿੱਚ ਵੀ ਗਿੱਡਾਂ ਨੇ। ਬਰਸ਼ ਨਾ ਕਰੋ ਤੇ ਅਗਲਾ ਕਹਿੰਦਾ ਦੂਰ ਹੋ ਕੇ ਗੱਲ ਕਰ, ਤੇਰੇ ਮੂੰਹ 'ਚੋਂ ਬਦਬੂ ਆਉਂਦੀ ਹੈ।
ਨਾਸਕਾਂ ਵਿੱਚੋਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਘਿਰਣਾ ਹੁੰਦੀ ਹੈ। ਔਰ ਇਸੇ ਤਰ੍ਹਾਂ ਬਾਕੀ ਦੁਆਰਾਂ ਦਾ ਹਾਲ ਹੈ, ਮੈਨੂੰ ਖਿਮਾ ਕਰਨਾ, ਉਹ ਤੇ ਹੈ ਹੀ ਗੰਦਗੀ ਦੇ ਨਿਕਾਸ ਵਾਸਤੇ। ਨੌ ਦਰ ਸਰਮੈ ਸਦਾ ਹੀ ਅਤ ਮਲੀਨਤਾ ਹੋਏ, ਸ਼ੁੱਧ ਹੋਤ ਜਲ ਕੇ ਮਿਲੇ ਉਚਿਤ ਇਸ਼ਨਾਨੇ ਹੋਏ। ਇਹਨੇ ਵੀ ਇਸ਼ਨਾਨ ਨਹੀਂ ਕਰਨਾ, ਨਵਾਂ ਦੁਆਰਿਆਂ ਵਿੱਚੋਂ ਹਮੇਸ਼ਾ ਹੀ ਗੰਦਗੀ ਨਿਕਲਦੀ, ਇਸ਼ਨਾਨ ਨਾਲ ਹੀ ਇਹ ਸ਼ੁੱਧ ਹੁੰਦੇ ਨੇ। ਇਹਨਾਂ ਨੂੰ ਪਾਣੀ ਨਾਲ ਹੀ ਧੋਤਾ ਜਾ ਸਕਦਾ, ਖਿਮਾ ਕਰਨਾ, ਬਾਣੀ ਨਾਲ ਨਹੀਂ ਧੋਤਾ ਜਾ ਸਕਦਾ। ਤਨ ਪਾਣੀ ਨਾਲ ਧੁੱਪੇਗਾ ਔਰ ਮਨ ਬਾਣੀ ਨਾਲ। ਉਲਟਾ ਕੰਮ ਨਹੀਂ ਕਰਨਾ ਵੀ ਮਨ ਨੂੰ ਪਾਣੀ ਨਾਲ ਤੇ ਤਨ ਨੂੰ ਬਾਣੀ ਨਾਲ ਧੋਣਾ। ਜਿਹੜੀ ਚੀਜ਼ ਜਿੱਥੇ ਕਾਰਗਰ ਹੈ ਉਹਨੂੰ ਉੱਥੇ ਹੀ ਵਰਤਣਾ ਹੈ। ਸੋ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ। ਹਾਲਾਂਕਿ ਘੱਟ ਬੋਲਣਾ ਬੜੀ ਵਧੀਆ ਗੱਲ ਹੈ, ਪਰ ਨੇਮ ਪਾ ਦੇਣਾ ਵੀ 40 ਦਿਨ ਦਾ ਮੇਰਾ ਮੌਨ ਹੈ, ਉਹਨੂੰ ਗੁਰਮਤਿ ਨੇ ਕੰਡੈਮ ਕੀਤਾ। ਇਹ ਠੀਕ ਹੈ ਬਈ ਮੌਨ ਨਹੀਂ ਧਾਰਨ ਕਰਨਾ, ਪਰ ਇਹ ਜ਼ਰੂਰ ਬਾਣੀਕਾਰਾਂ ਆਖਿਆ ਵੀ ਜਿੰਨਾ ਘੱਟ ਬੋਲਿਆ ਜਾਏ ਉਨਾ ਚੰਗਾ। ਹੁਣ ਮਾਤਰਾਂ ਦੀ ਤੇ ਜੋਬ ਹੈ, ਚੁੱਪ ਕਰਕੇ ਤੇ ਬਹਿ ਨਹੀਂ ਸਕਦੇ। ਨਹੀਂ ਤਾਂ ਮੈਂ ਵੇਖਿਆ ਵੀ 5-7 ਘੰਟੇ ਕਿਤੇ ਰਿਜ਼ਰਵ ਰਹਿ ਲਈਏ ਤੇ ਐਕਸਟਰਾ ਐਨਰਜੀ ਜੀ ਫੀਲ ਹੁੰਦੀ ਹੈ ਆਪਣੇ ਅੰਦਰੋਂ। ਬੋਲਣ ਨਾਲ ਸਾਡੀ 50% ਐਨਰਜੀ ਜ਼ਾਇਆ ਹੋ ਜਾਂਦੀ ਹੈ। ਇਹ ਵੀ ਮਰਜ਼ ਕਰਦੇ ਹਾਂ, ਇਹ ਸਧਾਰਨ ਗੱਲ ਨਹੀਂ। ਬੋਲਣ ਨਾਲ ਵੀ ਸਾਡੀ ਜਿਹੜੀ ਊਰਜਾ ਹੈ ਜਾਂ ਜਿਹਨੂੰ ਤੁਸੀਂ ਐਨਰਜੀ ਕਹਿੰਦੇ ਹੋ ਉਹ ਖਰਚ ਹੁੰਦੀ ਹੈ। ਇਸ ਲਈ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਬਹੁਤਾ ਨਹੀਂ ਬੋਲਣਾ ਚਾਹੀਦਾ, ਲੋੜ ਅਨੁਸਾਰ ਬੋਲਣਾ ਚਾਹੀਦਾ। ਜਿੱਥੇ ਕੋਈ ਸੁਣਨਾ ਚਾਹੇ ਉੱਥੇ ਬੋਲੋ। ਸੰਤ ਮਿਲੇ ਕਿ ਸੁਣੀਐ ਕਹੀਐ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਜਿੱਥੇ ਵੇਖੋ ਵੀ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਗੱਲ ਅਗਲਾ ਸਮਝਦਾ ਹੀ ਨਹੀਂ ਭਾਈ ਉੱਥੇ ਚੁੱਪ ਹੀ ਚੰਗੀ ਹੈ। ਹੁਣ ਧਿਆਨ ਦਿਆ ਜੇ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ। ਅੱਛਾ, ਜ਼ਬਾਨ ਨੂੰ ਤੇ ਚੁੱਪ ਕਰਾ ਲਿਆ ਪਿਆਰਿਓ, ਤੇ ਮਨ ਦੇ ਅੰਦਰ ਫਿਰ ਸੰਕਲਪ ਵਿਕਲਪ ਚੱਲਦੇ ਰਹਿਣ। ਚੁੱਪ ਤੇ ਮਨ ਨੂੰ ਕਰਾਣਾ ਸੀ ਨਾ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੋਂਡ ਆ ਜਾਏ। ਚੁੱਪ ਤੇ ਮਨ ਨੂੰ ਕਰਾਣਾ ਸੀ, ਤੂੰ ਚੁੱਪ ਜੀਭ ਨੂੰ ਕਰਾ ਲਿਆ। ਇਸ ਲਈ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਸਾਰੀਆਂ ਪੁਰੀਆਂ ਦੇ ਕਹਿੰਦੇ ਨੇ ਵੀ ਜੇ ਇੱਕ ਇੱਕ ਪੱਤਾ ਸਾਰਿਆਂ ਚੋਂ ਸਾਰੀ ਬਨਸਪਤੀ ਦਾ ਤੋੜੀਏ ਤੇ ਉਹ ਤੋਲੀਏ ਤੇ 18 ਪਾਰ ਬਣਦੇ ਨੇ। ਇੱਕ ਮਨੌਤ ਹੈ। ਪਰ ਮਹਾਰਾਜ ਕਹਿੰਦੇ ਨੇ ਸਾਰੀਆਂ ਪੁਰੀਆਂ ਦੇ ਵੀ ਮੈਂ ਭਾਰ ਬੰਨ ਲਵਾਂ ਤੇ ਤ੍ਰਿਸ਼ਨਾ ਤੇ ਫਿਰ ਵੀ ਨਹੀਂ ਮੁੱਕਦੀ। ਇਹ ਮਹਾਰਾਜ ਨੇ ਵਾਮਪੰਥ ਵਾਲਿਆਂ ਦੇ ਸਿਧਾਂਤ ਨੂੰ ਕੰਡੈਮ ਕੀਤਾ। ਸਾਧ ਸੰਗਤ, ਇਹਨਾਂ ਨੂੰ ਵਾਮਪੰਥੀ ਕਹਿੰਦੇ ਨੇ। ਇਹ ਹੁਣ ਤੇ ਹਿੰਦੁਸਤਾਨ ਚੋਂ ਕਰੀਬ ਕਰੀਬ ਖਤਮ ਨੇ, ਪਰ ਬੰਗਾਲ ਜਿਹੜਾ ਹੈ ਉਹਦੇ 'ਚ ਕਲਕੱਤੇ ਦੇ ਵਿੱਚ ਇੱਕ ਕਮਾਖਿਆ ਨਾਮ ਦਾ ਮੰਦਿਰ ਹੈ ਇਹਨਾਂ ਦਾ, ਕਾਮਾਖਿਆ। ਉਹਦਾ ਦਰਵਾਜ਼ਾ ਸਵੇਰੇ ਜਦੋਂ ਖੁੱਲ੍ਹਦਾ ਹੈ ਪਹਿਲਾਂ ਉੱਥੇ ਇੱਕ ਪਸ਼ੂ ਲਿਆ ਕੇ ਖੜਾ ਕੀਤਾ ਹੁੰਦਾ, ਉਹਨੂੰ ਝਟਕਾ ਕੇ ਉਹਦਾ ਫਿਰ ਖੂਨ ਜਿਹੜਾ ਹੈ ਉਹ ਦਰਵਾਜ਼ਿਆਂ ਨੂੰ ਟਿੱਕਾ ਲਾ ਕੇ ਤੇ ਫਿਰ ਦਰਵਾਜ਼ਾ ਖੋਲ੍ਹਿਆ ਜਾਂਦਾ। ਹੁਣ ਵੀ ਜੇ ਤੁਸੀਂ ਵਾਮਪੰਥੀ ਬਣਨਾ ਹੈ ਤੇ 4 ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ। ਕਿਹੜੀਆਂ? ਉੱਥੇ ਹੀ ਮੰਦਿਰ 'ਚ ਹੀ ਰੱਜ ਕੇ ਸ਼ਰਾਬ ਪੀਣਾ ਪਏਗਾ, ਮਾਸ ਖਾਣਾ ਪਏਗਾ, ਕੁਝ ਹੋਰ ਵੀ ਗੱਲਾਂ ਨੇ ਸਾਡੇ ਸਮਾਜ ਵਿੱਚ ਉਹ ਵੇਤ ਨਹੀਂ। ਉਹਨਾਂ ਪੁੱਛੀਏ ਕਮਲ ਕਿਉਂ ਕੁੱਟਦੇ? ਗੁਰੂ ਨਾਨਕ ਸਾਹਿਬ ਸਪੈਸ਼ਲ ਕਮਾਖਿਆ ਦੇਵੀ ਦੇ ਮੰਦਿਰ ਗਏ, ਮਹਾਰਾਜ ਨੇ ਇਕੱਠੇ ਕਰ ਲਿਆ ਪੁਜਾਰੀ। ਹਜ਼ੂਰ ਕਹਿਣ ਲੱਗੇ ਕੀ ਕਮਲ ਕੁੱਟਦੇ ਪਏ ਹੋ? ਨਹੀਂ ਬਾਬਾ ਜੀ ਗੱਲ ਸਾਡੀ ਸੁਣੋ, ਇਹ ਅਸੀਂ ਕਮਲ ਨਹੀਂ ਕੁੱਟਦੇ, ਨਾਮ ਜਪਣਾ ਹੀ ਅਸਲ ਮਨੋਰਥ ਹੈ। ਤੇ ਮਹਾਰਾਜ ਕਹਿੰਦੇ ਨਾਮ ਜਪ ਰਹੇ ਹੋ? ਕਹਿੰਦੇ ਨਹੀਂ ਨਾਮ ਨਹੀਂ ਜਪ ਰਹੇ। ਪਰ ਮਹਾਰਾਜ ਜਦੋਂ ਨਾਮ ਜਪਣ ਬਈਏ ਨਾ ਉਦੋਂ ਸੁਰਤ ਇਹਨਾਂ ਪਾਸੇ ਜਾਂਦੀ ਹੈ ਨਾ। ਸ਼ਰਾਬ ਪੀਣ ਤੇ ਦਿਲ ਕਰਦਾ ਹੈ, ਨੌਨ ਵੈਜ ਖਾਣ ਤੇ ਦਿਲ ਕਰਦਾ ਹੈ, ਵਿਸ਼ੇ ਵਿਕਾਰ ਭੋਗਣ ਤੇ ਦਿਲ ਕਰ। ਸਾਡਾ ਫਲਸਫਾ ਇਹ ਹੈ, ਸਾਡੇ ਪ੍ਰਿੰਸੀਪਲ ਇਹ ਨੇ ਵੀ ਜੋ ਮਨ ਕਹਿੰਦਾ ਇਹਨੂੰ ਪ੍ਰੋਵਾਈਡ ਕਰੋ, ਇਹਨੂੰ ਦਿਓ, ਇਹਨੂੰ ਚੰਗੀ ਤਰ੍ਹਾਂ ਉਹ ਭੋਗਣ ਦਿਓ। ਤੇ ਜਦੋਂ ਇਹ ਆਰਾਮ ਨਾਲ ਟਿਕ ਜਾਏਗਾ, ਤ੍ਰਿਪਤ ਹੋ ਜਾਏਗਾ, ਰੱਜ ਜਾਏਗਾ, ਫਿਰ ਨਾਮ ਜਪਾਂ। ਤੇ ਹਜ਼ੂਰ ਹੱਸ ਕੇ ਕਹਿਣ ਲੱਗੇ ਚੱਲਿਓ, ਕਦੀ ਲੱਕੜਾਂ ਨਾਲ ਅੱਗ ਵੀ ਤ੍ਰਿਪਤ ਹੋਈ ਹੈ? ਅੱਗ ਬਾਲ ਦਿੱਤੀ ਹੈ, ਲਿਆਓ ਬਈ ਲੱਕੜਾਂ ਪਾਓ, ਉਹਨਾਂ ਚਿਰ ਪਾਓ
ਜਿੰਨਾ ਚਿਰ ਅੱਗ ਥੱਕ ਨਾ ਜਾਏ ਨਾ ਜਾਂ ਅੱਕ ਨਾ ਜਾਏ। ਸ਼ਦਾਈਆ ਸਾਰੀ ਪ੍ਰਿਥਵੀ ਦੀਆਂ ਲੱਕੜਾਂ ਮੁੱਕ ਜਾਣਗੀਆਂ, ਰੁੱਖ ਮੁੱਕ ਜਾਣਗੇ, ਅੱਗ ਨੇ ਨਾ ਥੱਕਣਾ ਹੈ ਤੇ ਨਾ ਅੱਕਣਾ। ਕਦੀ ਤ੍ਰਿਸ਼ਨਾ ਵੀ ਪਿੱਛੇ ਮੁੜੀ ਹੈ ਵੀ ਇਹਨੂੰ ਜੋ ਅਸੀਂ ਪ੍ਰੋਵਾਈਡ ਇੰਨਾ ਕਰਵਾਵਾਂਗੇ ਰੱਜ ਜਾਏਗੀ। ਹਜ਼ੂਰ ਕਹਿਣਗੇ ਤਰੀਕਾ ਗਲਤ ਹੈ। ਬਿਨਾਂ ਸੰਤੋਖ ਨਹੀਂ ਕੋਊ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਸ ਲਈ ਭਾਵੇਂ ਪੁਰੀਆਂ ਦੇ ਭਾਰ ਬੰਨ ਲਈਏ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਫਿਰ ਸਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਸੱਸਾ ਸਿਆਣਪ ਛਾੜ ਇਆਣਾ, ਹਿਕਮਤ ਹੁਕਮ ਨ ਪ੍ਰਭ ਪਤਿਆਣਾ, ਸਹਸ ਭਾਂਤ ਕਰੈ ਚਤੁਰਾਈ, ਸੰਗ ਤੁਹਾਰੇ ਏਕ ਨਾ ਜਾਈ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਇਆ। ਫਿਰ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ, ਬਈ ਇਹ ਵੀ ਉਹਦੇ ਤੋਂ ਸਦਕੇ ਜਾਈਏ। ਉਹਨੇ ਸਾਡੇ ਅੰਦਰ ਮੋਹ ਪਾ ਦਿੱਤਾ, ਇਸ ਮੋਹ ਸਦਕਾ ਬੱਚੇ ਪਲ ਗਏ, ਨਹੀਂ ਤੇ ਬੱਚਿਆਂ ਨਹੀਂ ਸੀ ਪਲਣਾ। ਮੋਹ ਸਦਕਾ ਪਰਿਵਾਰ ਦਾ ਭਲਾ ਹੋ ਗਿਆ। ਸੋ ਮੈਂ ਅਰਜ਼ ਕਰ ਰਿਹਾ ਸਾਂ, ਇਹ ਚਾਰ ਚੀਜ਼ਾਂ ਸਾਡੇ ਤੋਂ ਖੋਹ ਲਈਆਂ ਗੁਰੂ ਨਾਨਕ ਨੇ। ਭਾਈ ਤੁਸੀਂ ਇਸ਼ਨਾਨ ਕਰਨਾ ਹੈ, ਪਰ ਬਸ ਇਸ਼ਨਾਨ ਕਰਕੇ ਰਿਲੈਕਸ ਹੋ ਜਾਣਾ, ਇਹਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਭਾਈ ਤੁਸੀਂ ਮੌਨ ਧਾਰਨ ਕਰਕੇ ਆਖੋ ਇਹਦੇ ਨਾਲ ਈਸ਼ਵਰ ਦੀ ਪ੍ਰਾਪਤੀ ਹੋ ਜਾਏਗੀ, ਇਹ ਵੀ ਨਹੀਂ। ਨਾਮ ਜਪਣਾ ਜ਼ਰੂਰੀ ਹੈ। ਰਜ਼ਾ ਵਿੱਚ ਰਾਜ਼ੀ ਰਹਿਣਾ ਬੜਾ ਲਾਜ਼ਮੀ ਹੈ। ਔਰ ਇਹ ਸਾਧ ਸੰਗਤ ਤਾਂ ਹੁੰਦਾ ਹੈ ਜੇ ਇਹਨੂੰ ਪ੍ਰੈਕਟਿਸ ਕਰੀਏ। ਸਾਡੇ ਵਿੱਚੋਂ ਕੌਣ ਹੈ ਜਿਹਦੇ ਜੀਵਨ 'ਚ ਤਕਲੀਫ ਨਾ ਆਈ ਹੋਵੇ, ਦੁੱਖ ਨਾ ਆਏ ਹੋਣ, ਮੁਸੀਬਤਾਂ ਨਾ ਆਈਆਂ ਹੋਣ? ਉਸ ਵਕਤ ਆਪਣੇ ਆਪ ਨੂੰ ਸੰਭਾਲਣਾ ਹੈ। ਇਹਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ, ਤੁਹਾਨੂੰ ਹੀ ਆਪਣੇ ਆਪ ਨੂੰ ਸੰਭਾਲਣਾ ਪਏਗਾ। ਔਰ ਉਸ ਵਕਤ ਕਹਿਣਾ ਹੈ ਵੀ ਇਹ ਮੇਰਾ ਇਮਤਿਹਾਨ ਹੈ, ਔਰ ਮੈਂ ਐਤਕੀ ਚੈੱਕ ਕਰਨਾ ਹੈ ਵੀ ਮੈਂ ਇਸ ਮੁਸੀਬਤ ਵਿੱਚ ਅਡੋਲ ਕਿੰਨਾ ਕੁ ਰਿਹਾ ਵਾਂ। ਵੇਖੋ ਇਹ ਮੇਲਾ ਹੈ, ਕਿਸੇ ਨੇ ਇੱਥੇ ਬਹੁਤਾ ਛੱਡ ਜਾਣਾ, ਕਿਸੇ ਨੇ ਇੱਥੇ ਜ਼ਿਆਦਾ ਛੱਡ ਜਾਣਾ। ਕੁਝ ਸੱਜਣਾ ਨੇ, ਰਿਸ਼ਤੇਦਾਰਾਂ ਨੇ, ਪਰਿਵਾਰ ਦੇ ਮੈਂਬਰਾਂ ਨੇ ਸਾਡੇ ਤੋਂ ਪਹਿਲਾਂ ਚਲੇ ਜਾਣਾ, ਕੁਝ ਨੇ ਬਾਅਦ 'ਚ ਚਲੇ ਜਾਣਾ, ਚਲੇ ਸਾਰਿਆਂ ਹੀ ਜਾਣਾ, ਇਹ ਪੱਕੀ ਗੱਲ ਹੈ। ਉਹ ਵਕਤ ਹੁੰਦਾ ਹੈ ਜਦੋਂ ਆਪਣੇ ਆਪ ਨੂੰ ਸੰਭਾਲਣਾ ਹੈ। ਸਾਰੀ ਜ਼ਿੰਦਗੀ ਸਾਧ ਸੰਗਤ ਧਿਆਨ ਦਿਆ ਜੇ, ਸਾਰੀ ਜ਼ਿੰਦਗੀ ਮਰਨ ਦੀ ਤਿਆਰੀ ਹੈ। ਜੇ ਮਰਨ ਦੀ ਜਾਂਚ ਨਹੀਂ ਆਈ ਤੇ ਫਿਰ ਸਾਰੀ ਜ਼ਿੰਦਗੀ ਖਤਮ ਹੈ, ਉਹਦਾ ਕੋਈ ਮਨੋਰਥ ਨਹੀਂ। ਮਰਨ ਦੀ ਜਾਂਚ ਇਹ ਹੈ ਵੀ ਜਿਸ ਵੇਲੇ ਉਹ ਸਮਾਂ ਆਵੇ ਉਸ ਵੇਲੇ ਅਸੀਂ ਇੰਨੇ ਅਡੋਲ ਹੋਈਏ, ਪਰ ਉਹਦੇ ਲਈ ਤਿਆਰੀ ਪਹਿਲਾਂ ਕਰਨੀ ਪਏਗੀ। ਦਸਵੇਂ ਪਾਤਸ਼ਾਹ ਵਰਗੇ ਮਹਾਂਪੁਰਸ਼ ਕਹਿੰਦੇ ਨੇ, ਮਰਨ ਕਾਲ ਕਾ ਤਰਾਸ ਨਿਵਰੀਐ। ਮਹਾਰਾਜ ਐਸੀ ਮੇਰੀ ਤਿਆਰੀ ਕਰਾ ਦੇ ਵੀ ਜਦੋਂ ਅੰਤਮ ਸਮਾਂ ਆਵੇ ਤੇ ਮੌਤ ਤੋਂ ਮੈਨੂੰ ਤਰਾਸ ਨਾ ਆਵੇ, ਮੌਤ ਤੋਂ ਮੈਨੂੰ ਡਰ ਨਾ ਆਵੇ। ਮੌਤ ਦੀ ਤਿਆਰੀ ਆ ਜ਼ਿੰਦਗੀ, ਹੋਰ ਕੁਛ ਵੀ ਨਹੀਂ। ਮਰਨਾ ਆ ਗਿਆ ਤੇ ਫਿਰ ਵਾਰ-ਵਾਰ ਮਰਨਾ, ਵਾਰ-ਵਾਰ ਜੰਮਣਾ ਖਤਮ ਹੋ ਜਾਏਗਾ। ਔਰ ਜੇ ਮਰਨਾ ਨਹੀਂ ਆਇਆ ਤੇ ਫਿਰ ਵੰਸ ਮੋਰ ਵਾਲਾ ਪਾਣਾ ਵਰਤੇਗਾ। ਮਰ ਮਰ ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਇਸ ਵਾਸਤੇ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਫਿਰ ਮੈਂ ਕੀ ਕਰਾਂ? ਤਾਂ ਹਜ਼ੂਰ ਕਹਿਣ ਲੱਗੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਤੁਸੀਂ ਕਹਿੰਦੇ ਹੋ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸ ਸੱਚ ਵਿੱਚ ਤੇ ਸਚਿਆਰ ਹੀ ਭੇਦ ਹੋ ਸਕਦਾ ਹੈ ਨਾ। ਕਹਿਣ ਲੱਗੇ ਹਾਂ ਸਚਿਆਰ ਹੋ ਸਕਦਾ। ਮਹਾਰਾਜ ਫਿਰ ਸਚਿਆਰ ਕਿਵੇਂ ਬਣਿਆ ਜਾ ਸਕਦਾ? ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਇਹ ਜਿਹੜੀ ਤੁਹਾਡੇ ਵਿੱਚ ਤੇ ਮੇਰੇ ਵਿੱਚ ਪਾਲ ਹੈ, ਪਾਲ ਮੈਨੇ ਦੀਵਾਰ ਹੈ, ਦੀਵਾਰ ਮੈਨੇ ਵਾਲ ਹੈ, ਵਾਲ ਮੈਨੇ ਕੰਧ ਹੈ, ਤੇ ਜਿਹੜੀ ਕੂੜ ਦੀ ਕੰਧ ਹੈ, ਕੂੜ ਦੀ ਕੰਧ ਮੀਨ ਅਸਲ 'ਚ ਜਿਹੜੀ ਹੈ ਹੀ ਨਹੀਂ। ਅਸੀਂ ਮੰਨ ਲਈਏ ਵੀ ਕੰਧ ਹੈ, ਪਰ ਕੰਧ ਹੈ ਹੀ ਨਹੀਂ, ਇਸ ਲਈ ਕੂੜ ਦੀ ਪਾਲ ਕਿਹਾ। ਉਹ ਕਿਵੇਂ ਟੁੱਟੇ? ਤੇ ਹਜ਼ੂਰ ਕਹਿਣਗੇ ਹੁਕਮ ਰਜ਼ਾਈ ਚੱਲਣਾ।
ਤੈਨੂੰ ਹੁਕਮ ਵਿੱਚ ਚੱਲਣ ਦੀ ਜਾਚ ਆ ਜਾਏ, ਰਜਾ ਵਿੱਚ ਰਾਜ਼ੀ ਰਹਿਣ ਦੀ ਜਾਚ ਆ ਜਾਏ, ਤੇ ਤੇਰਾ ਜੀਵਨ ਜੀਂਦੇ ਜੀ ਸਫਲ ਹੋ ਸਕਦਾ ਹੈ। ਔਰ ਅਸੀਂ ਕੀ ਕਰਨੇ, ਆਤਮ ਮੰਥਨ ਕਰਿਆ ਜੇ। ਬੜੀ ਗਰਮੀ ਪੈ ਰਹੀ ਹੈ, ਮੈਂ ਅਕਸਰ ਬੇਨਤੀ ਕਰਨਾ, ਮੈਂ ਸੁਣਿਆ ਹੈ, ਮੈਂ ਵੇਖਿਆ ਹੈ, ਕੋਲ ਖਲੋਤੇ ਲੋਕਾਂ ਨੇ ਇੱਦਾਂ ਕਿਹਾ, ਬੜੀ ਗਰਮੀ ਪੈ ਰਹੀ ਹੈ, ਬੜੀ ਤਪਸ਼ ਹੈ, ਬੜੀ ਔੜ ਲੱਗ ਗਈ ਹੈ, ਰੱਬਾ ਮੀਂਹ ਪਾ ਚਾ। ਦੂਜੇ ਚੌਥੇ ਦਿਨ ਮੀਂਹ ਪੈਣ ਲੱਗ ਪਿਆ, ਮੀਂਹ ਅਜੇ 2 ਘੰਟੇ ਪਿਆ ਸੀ ਤੇ ਪਤਾ ਕੀ ਕਹਿੰਦੇ, ਹੁਣ ਬਸ ਵੀ ਕਰ। ਸਾਡੀ ਇਹ ਹਾਲਤ ਹੈ। ਔਰ ਸਾਨੂੰ ਪਤਾ ਨਹੀਂ ਕਿੱਡੀ ਵੱਡੀ ਮਹਾ ਗੁਸਤਾਖੀ ਹੈ, ਮਹਾ ਮੂਰਖ ਬੰਦਾ ਹੈ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਤੂੰ ਤੇ ਕਹਿੰਦਾ ਰੱਬ ਦਾ ਵੀ ਸਵਿਚ ਮੇਰੇ ਹੱਥ 'ਚ ਹੋਵੇ, ਜਦੋਂ ਮੇਰਾ ਦਿਲ ਕਰੇ ਦੱਬ ਕੇ ਮੀਂਹ ਪਵਾ ਲਾਂ, ਜਦੋਂ ਮੇਰਾ ਦਿਲ ਕਰੇ ਆਫ ਕਰਕੇ ਮੀਂਹ ਬੰਦ ਕਰ ਦੇ। ਹੱਦ ਹੋ ਗਈ, ਤੂੰ ਤੇ ਫਿਰ ਰੱਬ ਤੋਂ ਵੀ ਉੱਤੇ ਹੋ ਗਿਆ ਨਾ। ਇਹ ਸਾਡੇ ਹਾਲਾਤ ਨੇ। ਜਾਣੇ ਅਣਜਾਣੇ ਅਸੀਂ ਇੰਨੀਆਂ ਗੁਸਤਾਖੀਆਂ ਕਰਨੇ ਆ ਬਈ ਉਹ ਨਾ ਬਖਸ਼ੀਆਂ ਜਾਣ ਵਾਲੀਆਂ ਗੁਸਤਾਖੀਆਂ ਨੇ। ਨਹੀਂ ਪੈ ਰਿਹਾ ਤਾਂ ਵੀ ਦੁਖੀ ਹਾਂ, ਪੈ ਰਿਹਾ ਤਾਂ ਵੀ ਦੁਖੀ ਹਾਂ, ਗਰਮੀ ਆ ਗਈ ਹੈ ਤਾਂ ਵੀ ਦੁਖੀ ਹਾਂ, ਸਰਦੀ ਆ ਗਈ ਹੈ ਤਾਂ ਵੀ ਦੁਖੀ ਹਾਂ, ਬਸੰਤ ਆ ਗਈ ਹੈ ਤਾਂ ਵੀ ਦੁਖੀ ਹਾਂ, ਪਤਝੜ ਆ ਗਈ ਹੈ ਤਾਂ ਵੀ ਦੁਖੀ ਹਾਂ, ਚੌਮਾਸਾ ਆ ਗਿਆ ਤਾਂ ਵੀ ਦੁਖੀ ਹਾਂ, ਬਰਸਾਤ ਦਾ ਮੌਸਮ ਆ ਗਿਆ ਤਾਂ ਵੀ ਦੁਖੀ ਹਾਂ। ਸਾਡੇ ਦੁੱਖ ਨੂੰ ਤੇ ਕੋਈ ਦੂਰ ਕਰ ਹੀ ਨਹੀਂ ਸਕਦਾ। ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਨਾ ਗਰਮੀ ਚੰਗੀ ਲੱਗਦੀ ਹੈ, ਨਾ ਸਰਦੀ ਚੰਗੀ ਲੱਗਦੀ ਹੈ, ਨਾ ਪਤਝੜ, ਨਾ ਬਹਾਰ, ਨਾ ਚੌਮਾਸਾ, ਨਾ ਬਾਰਿਸ਼, ਨਾ ਦਿਨ ਨਾ ਰਾਤ, ਨਾ ਸਵੇਰ ਨਾ ਸ਼ਾਮ। ਕਿੱਦਾਂ ਗੱਲ ਬਣੇਗੀ ਪਿਆਰਿਓ? ਆਤਮ ਮੰਥਨ ਕਰਨ ਦੀ ਲੋੜ ਹੈ ਵੀ ਜੋ ਕਰ ਰਿਹਾ ਹੈ ਸਾਡੇ ਚੰਗੇ ਵਾਸਤੇ ਕਰ ਰਿਹਾ ਹੈ। ਛੋਟਾ ਜਿਹਾ ਬੱਚਾ, ਉਹਨੂੰ ਨਹੀਂ ਪਤਾ ਮੇਰੀ ਰਿਕੁਆਇਰਮੈਂਟ ਕੀ ਹੈ। ਫਲੂ ਹੋਇਆ ਔਰ ਸਰਦੀਆਂ ਦਾ ਜਨਵਰੀ ਦਾ ਮਹੀਨਾ, ਮਾਂ ਨੂੰ ਕਹਿੰਦਾ ਆਈਸਕ੍ਰੀਮ ਲੈ ਕੇ ਦੇ, ਉਹ ਕਹਿੰਦੀ ਨਹੀਂ ਲੈ ਕੇ ਦੇਣੀ, ਰੁੱਸ ਜਾਂਦਾ, ਲੇਟਣ ਲੱਗ ਪੈਂਦਾ, ਔਰ ਓੜਕ ਮਾਂ ਮੂੰਹ ਤੇ ਖਿੱਚ ਕੇ ਚਪੇਟ ਮਾਰਦੀ, ਤੈਨੂੰ ਕਿਹਾ ਨਾ ਨਹੀਂ ਲੈ ਕੇ ਦੇਣੀ। ਵੇਖੋ ਬੱਚਿਆਂ ਵਾਲਿਓ, ਗੱਲ ਨੂੰ ਸਮਝਿਓ, ਜਿਹੜੀ ਮਾਂ ਬੱਚੇ ਨੂੰ ਕਲੇਜਾ ਕੱਢ ਕੇ ਅੱਗੇ ਰੱਖ ਸਕਦੀ ਹੈ, ਉਹ ਕਹਿੰਦੀ ਆਈਸਕ੍ਰੀਮ ਨਹੀਂ ਲੈ ਕੇ ਦੇਣੀ। ਕਿਉਂ ਨਹੀਂ ਲੈ ਕੇ ਦੇਣੀ? ਤੈਨੂੰ ਪਹਿਲਾਂ ਤੋਂ ਫਲੂ ਹੋਇਆ ਹੈ, ਤੇਰੀ ਸਿਹਤ ਹੋਰ ਵਿਗੜ ਜਾਏਗੀ, ਮੈਂ ਨਹੀਂ ਲੈ ਕੇ ਦੇਣੀ। ਵਾਹਿਗੁਰੂ ਇਹ ਨਹੀਂ ਦੇਖਦਾ ਅਸੀਂ ਮੰਗਦੇ ਕੀ ਆ, ਉਹ ਇਹ ਦੇਖਦਾ ਇਹਦੀ ਰਿਕੁਆਇਰਮੈਂਟ ਕੀ ਹੈ, ਇਹਦੀ ਜ਼ਰੂਰਤ ਕੀ ਹੈ। ਉਹ ਦਿੰਦਾ ਹੈ, ਜੋ ਸਾਡੀ ਜ਼ਰੂਰਤ ਹੈ ਉਹ ਦਿੰਦਾ ਹੈ। ਜੋ ਸਾਡੀ ਜ਼ਰੂਰਤ ਨਹੀਂ, ਅਸੀਂ ਅਰਦਾਸਾਂ ਕਰੀ ਵੀ ਜਾਈਏ, ਰੁੱਸ ਵੀ ਜਾਈਏ, ਅਸੀਂ ਤੇ ਜੀ ਪਾਠ ਵੀ ਕਰਾਇਆ, ਸਾਡੀ ਮੁਰਾਦ ਪੂਰੀ ਨਹੀਂ ਹੋਈ। ਉਹ ਭਲਿਆ ਜਿਹੜੀ ਤੂੰ ਮੁਰਾਦ ਮੰਗੀ ਸੀ ਤੇਰੇ ਲਾਭ ਵਾਸਤੇ ਨਹੀਂ ਸੀ, ਤੈਨੂੰ ਪਤਾ ਨਹੀਂ, ਉਹਨੂੰ ਪਤਾ ਸੀ, ਇਸ ਲਈ ਉਹਨੇ ਉਹਨੂੰ ਰੋਕ ਦਿੱਤਾ ਬਈ ਇਹ ਮੇਰਾ ਬੱਚਾ ਹੈ, ਇਹਦੇ ਨਾਲ ਇਹਦਾ ਨੁਕਸਾਨ ਹੋਣਾ, ਮੈਂ ਇਹਨੂੰ ਇਹ ਅਜੇ ਨਹੀਂ ਦੇਣੀ, ਅਜੇ ਇਹਨੂੰ ਸੰਭਾਲਣ ਜੋਗਾ ਨਹੀਂ ਹੋਇਆ। ਜਿਵੇਂ ਮਾਂ ਬਿਮਾਰ ਬੱਚੇ ਨੂੰ ਆਈਸਕ੍ਰੀਮ ਨਹੀਂ ਲੈ ਕੇ ਦਿੰਦੀ, ਫਲੂ ਵਾਲੇ ਬੱਚੇ ਨੂੰ, ਇਸ ਤਰ੍ਹਾਂ ਕਈ ਵਾਰ ਸਾਡੀਆਂ ਮੰਗਾਂ ਵੀ ਗਲਤ ਹੁੰਦੀਆਂ ਨੇ। ਰੱਬ ਕਹਿੰਦਾ ਵੀ ਨਹੀਂ, ਇਹ ਨਹੀਂ ਤੇਰੀ ਪੂਰੀ ਕਰਨੀ, ਅਸੀਂ ਰੁੱਸ ਜਾਂਦੇ ਹਾਂ। ਨਹੀਂ ਭਾਈ, ਉਹ ਜੋ ਕਰ ਰਿਹਾ ਸਾਡੇ ਭਲੇ ਲਈ ਕਰ ਰਿਹਾ, ਅਸੀਂ ਉਹਦੀ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਸਿੱਖੀਏ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਬੰਦੇ, ਮੂਲ ਪੰਕਤੀਆਂ, ਬੰਦੇ ਬੰਦਗੀ ਇਖਤਿਆਰ, ਐ ਬੰਦੇ ਤੂੰ ਬੰਦਗੀ ਇਖਤਿਆਰ ਕਰ ਲੈ। ਸਾਹਿਬ ਵਾਹਿਗੁਰੂ ਰੋਸ ਤਾਂ ਰਹਿ ਕਿ ਪਿਆਰ। ਜੇ ਤੇਰੀ ਲੋੜ ਦੁੱਖ ਹੈ ਤੇ ਤੈਨੂੰ ਦੁੱਖ ਦਿੰਦਾ, ਜੇ ਤੇਰੀ ਲੋੜ ਸੁੱਖ ਹੈ ਤੇ ਸੁੱਖ ਦਿੰਦਾ। ਤੁਸੀਂ ਵੇਖੋ ਬਈ ਜੇ ਭੁੱਖ ਨਾ ਲੱਗੇ ਤੇ ਪ੍ਰਸ਼ਾਦੇ ਦਾ ਕੀ ਲੁਤਫ ਹੈ? ਕੋਈ ਲੁਤਫ ਹੈ? ਭੁੱਖ ਲੱਗੀ ਏ ਤੇ ਹੁਣ ਪ੍ਰਸ਼ਾਦਾ ਖਾਂਗੇ ਤੇ ਸਵਾਦੀ ਲੱਗੇਗਾ। ਉਹ ਭੁੱਖ ਇਸ ਵਾਸਤੇ ਦਿੰਦਾ ਹੈ ਕਿ ਇਹਨੂੰ ਇਹਦੇ ਚੋਂ ਲੁਤਫ ਆਵੇ। ਔਰ ਜੇ ਸੁੱਖ ਹੀ ਮਿਲ ਜਾਏ ਨਾ, ਸੁੱਖਾਂ ਦਾ ਵੀ ਅਹਿਸਾਸ ਖਤਮ ਹੋ ਜਾਂਦਾ ਹੈ। ਉਹ ਦੁੱਖ ਦਿੰਦਾ ਹੈ ਔਰ ਦੁੱਖ ਦੇ ਕੇ ਅਹਿਸਾਸ ਕਰਾਉਂਦਾ ਵੀ ਜਿਹੜੇ ਸੁੱਖਾਂ ਨੂੰ ਤੂੰ ਇਗਨੋਰ ਕੀਤਾ ਸੀ, ਨਜ਼ਰਅੰਦਾਜ਼ ਕੀਤਾ ਸੀ, ਸੁੱਖ ਲੈ ਕੇ ਵੀ ਮੇਰਾ ਸ਼ੁਕਰਾਨਾ ਨਹੀਂ ਸੀ ਕੀਤਾ, ਹੁਣ ਥੋੜ੍ਹੇ ਜਿਹੇ ਦੁੱਖ ਭੋਗ ਤੈਨੂੰ ਪਤਾ ਲੱਗੇ ਸੁੱਖ ਕੀ ਹੁੰਦੇ ਨੇ। ਫਿਰ ਉਹ ਦੁੱਖ ਦਿੰਦਾ, ਫਿਰ ਸਾਨੂੰ ਸੁੱਖਾਂ ਦਾ ਅਹਿਸਾਸ ਹੁੰਦਾ ਹੈ, ਕਦਰ ਹੁੰਦੀ ਹੈ। ਔਰ ਫਿਰ ਇੱਕ ਵਕਤ ਹੁੰਦਾ ਹੈ ਸਾਰੇ ਦੁੱਖ ਸਮੇਟ ਕੇ ਆਪਣੀ ਸਾਰੀ ਸੁੱਖਾਂ ਦੀ ਚੰਗੇਰ ਸਾਡੇ ਤੇ ਮੁੱਧੀ ਮਾਰ ਦਿੰਦਾ। ਫਿਰ ਸੁੱਖਾਂ ਵਿੱਚ ਅਸੀਂ ਕਈ ਵਾਰ ਹੌਲੀ ਹੌਲੀ ਗਾਫਲ ਹੋ ਜਾਂਦੇ ਹਾਂ। ਉਹ ਫਿਰ ਇੱਕਦਮ ਝਟਕੇ ਦੇ ਨਾਲ ਸਾਰੇ ਸੁੱਖ ਖੋ ਕੇ ਸਾਨੂੰ ਦੁੱਖ ਦੇ ਦਿੰਦਾ। ਦੁੱਖ ਵੀ ਭਲੇ ਲਈ ਦਿੰਦਾ, ਸੁੱਖ ਵੀ ਭਲੇ ਲਈ ਦਿੰਦਾ। ਦੁੱਖ ਦਾਰੂ, ਸੁੱਖ ਰੋਗ ਪਿਆ। ਬਹੁਤ ਸੁੱਖ ਹੋਣ ਤੇ ਉਹ ਰੋਗ ਬਣ ਜਾਂਦੇ ਨੇ ਔਰ ਦੁੱਖ ਦਾਰੂ ਬਣ ਜਾਂਦਾ ਹੈ।
ਤੁਸੀਂ ਆ ਮਜ਼ਦੂਰਾਂ ਨੂੰ ਚੌਂਕ 'ਚ ਖੜੇ ਵੇਖਿਆ ਹੈ, ਰਕਸ਼ੇ ਚਲਾਉਣ ਵਾਲਿਆਂ ਨੂੰ ਵੇਖਿਆ, ਉਹਨੂੰ ਪੁੱਛ ਕੇ ਵੇਖੋ ਕਿਸੇ ਨੂੰ ਸ਼ੂਗਰ ਹੈ? ਕਿਸੇ ਨੂੰ ਸ਼ੂਗਰ ਨਹੀਂ ਗੀ। ਕਿਸੇ ਨੂੰ ਪੁੱਛ ਕੇ ਵੇਖ ਲਓ ਕਿਸੇ ਨੂੰ ਬੀਪੀ ਦੀ ਪ੍ਰੋਬਲਮ ਹੈ? ਕਿਸੇ ਨੂੰ ਪੁੱਛ ਕੇ ਵੇਖ ਲਓ ਕੋਈ ਹੋਰ ਅਸਾਧ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਲਈ ਲੱਖਾਂ ਕਰੋੜਾਂ ਰੁਪਈਆ ਖਰਚ, ਤੁਸੀਂ ਪੁੱਛ ਕੇ ਵੇਖ ਲਓ ਕੁਛ ਹੈ? ਕੁਛ ਨਹੀਂ। ਆਹ ਖਾਣਾ ਆ ਨਹੀਂ ਖਾਣਾ, ਚੰਗਾ ਮਾੜਾ, ਉਹਨਾਂ ਨੂੰ ਜੋ ਦਿਓ ਅੰਮ੍ਰਿਤ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਕਿਉਂ? ਕਿਉਂਕਿ ਉਹ ਜਿਹੜਾ ਦੁੱਖ ਦਿੱਤਾ ਹੈ ਗਰੀਬੀ ਦਾ, ਉਹ ਦਾਰੂ ਬਣ ਗਿਆ। ਮੈਂ ਸਮਝਣਾ ਵੀ ਉਹਨਾਂ ਦੇ ਉੱਤੇ ਪ੍ਰਮਾਤਮਾ ਬੜਾ ਪ੍ਰਸੰਨ ਹੈ। ਉਹਨਾਂ ਨੂੰ ਤੰਦਰੁਸਤ ਕਾਇਆ ਦਿੱਤੀ ਹੈ, ਰਿਜ਼ਕ ਸਾਨੂੰ ਜ਼ਿਆਦਾ ਦਿੱਤਾ, ਉਹਨਾਂ ਨੂੰ ਥੋੜਾ ਦਿੱਤਾ। ਅਸੀਂ ਵੀ ਛੱਡ ਜਾਣਾ, ਉਹਨਾਂ ਵੀ ਛੱਡ ਜਾਣਾ, ਉਹ ਤੇ ਕਿਸੇ ਦੇ ਨਾਲ ਜਾਣਾ ਹੀ ਨਹੀਂ। ਕਮ ਸੇ ਕਮ ਤੰਦਰੁਸਤ ਸਰੀਰ ਦਾ ਆਨੰਦ ਤੇ ਲੈ ਰਹੇ ਨੇ ਨਾ। ਬਰੀਕ ਗੱਲਾਂ ਨੇ ਥੋੜੀਆਂ ਸਮਝਣ ਵਾਲੀਆਂ। ਪਤਾ ਕਰਕੇ ਵੇਖ ਲਓ ਉਹਨਾਂ ਨੂੰ ਕੋਈ ਬਿਮਾਰੀ ਨਹੀਂ। ਔਰ ਪਤਾ ਕਰਕੇ ਵੇਖ ਲਓ, ਆ ਬਾਹਰ ਨਿਕਲ ਕੇ ਇੱਕ ਦੂਜੇ ਨਾਲ ਡਿਸਕਸ ਕਰ ਲਿਓ, ਸਾਡੇ 'ਚੋਂ ਕੋਈ ਵੀ ਨਹੀਂ ਬਚਿਆ। ਸਾਰਿਆਂ ਦੇ ਸਿਰਾਣੇ ਗੋਲੀਆਂ ਦੇ ਪੱਤੇ ਪਏ ਹੁੰਦੇ। ਸੁੱਖ ਰੋਗ ਪਿਆ, ਸੁੱਖ ਰੋਗ ਬਣ ਜਾਂਦਾ ਬਹੁਤ ਜ਼ਿਆਦਾ ਹੋਵੇ। ਰਹਿਮਨ ਵਿਪਤਾ ਹੂੰ ਭਲੀ ਜੋ ਥੋੜੇ ਦਿਨ ਹੋਏ। ਵਿਪਤਾ ਚੰਗੀ ਹੈ ਪਰ ਬਹੁਤ ਲੰਮੀ ਵਿਪਤਾ ਨਾ ਆਵੇ, ਰੱਬ ਕਰੇ। ਥੋੜੇ ਜਿਹੇ ਦਿਨ ਆਵੇ ਨਾ ਤੇ ਪਿਆਰੋ ਆਪਣੇ ਪਰਾਏ ਦਾ ਵੀ ਪਤਾ ਲੱਗ ਜਾਂਦਾ ਜੀ। ਜੇ ਵਿਪਤਾ ਨਹੀਂ ਤੇ ਪਤਾ ਕੋ ਨਹੀਂ ਜੇ ਲੱਗਦਾ। ਸਾਡੇ ਕੋਲ ਕੋਈ ਪੈਰਾਮੀਟਰ ਨਹੀਂ, ਭੁਲੇਖਾ ਖਾ ਜਾਂਦੇ ਆ ਮੇਰਾ ਇਹ ਪਰਾਇਆ। ਕਈ ਵਾਰ ਜਿਹਨੂੰ ਮੇਰਾ ਸਮਝਦੇ ਆ ਉਹ ਵੀ ਸਵਾਰਥ ਕਰਕੇ ਨੇੜੇ ਲੱਗਾ ਹੁੰਦਾ। ਵਿਪਤਾ ਪੈ ਜਾਏ ਪਤਾ ਲੱਗ ਜਾਂਦਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ, ਦੋਸਤ ਕੌਣ ਹੈ ਤੇ ਦੁਸ਼ਮਣ ਕੌਣ ਹੈ। ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਦਰਿਆ ਵੀ ਤੂੰ ਹੈ, ਤੂੰ ਹੀ ਕਰਿਆ ਮਲਾ ਵੀ ਤੂੰ ਹੈ। ਤੁਝੇ ਤੇ ਨਿਸਤਾਰ, ਤੂੰ ਹੀ ਮੈਨੂੰ ਪਾਰ ਉਤਾਰਨਾ ਹੈ। ਭਵਸਾਗਰ ਵੀ ਤੂੰ ਹੈ, ਭਵਸਾਗਰ ਵਿੱਚ ਨਾਮ ਦਾ ਬੇੜਾ ਵੀ ਤੇਰਾ ਹੀ ਹੈ। ਅੰਤਲਾ ਪਦਾ ਅਰਜ ਕਰਕੇ ਸਮਾਪਤੀ ਕਰਾਂ। ਨਾਮ ਤੇਰਾ ਆਧਾਰ ਮੇਰਾ। ਪਿਆਰਿਓ ਆਧਾਰ ਸ਼ਬਦ ਹੈ ਨਾ ਜਿਹੜਾ, ਇਹਦੇ ਅਰਥ ਹੁੰਦੇ ਨੇ ਬੇਸ, ਇਹਦੇ ਅਰਥ ਹੁੰਦੇ ਨੇ ਆਸਰਾ, ਇਹਦੇ ਅਰਥ ਹੁੰਦੇ ਨੇ ਟੇਕ। ਤੇਰਾ ਨਾਮ ਹੀ ਮੇਰੀ ਟੇਕ ਹੈ, ਤੇਰਾ ਨਾਮ ਹੀ ਮੇਰਾ ਆਸਰਾ ਹੈ। ਨਾਮ ਤੇਰਾ ਆਧਾਰ ਮੇਰਾ। ज्यों फूल जई है नार, नार मैंने पानी, नार मैंने कला इस्त्री नहीं, ध्यान दे आ जे। नार दे अर्थ पानी भी हुंदे ने, नार दे अर्थ नाड़ भी हुंदे ने। इत्थे नार दे अर्थ पानी ने। नार तो ही नारायण बनिया। नार प्लस आयन, आयन मैंने घर, नार मैंने पानी, जिहदा पानी विच भी घर है, उहनूं नारायण कहा। हुण इत्थे नार दे अर्थ ने पानी, फूल दे अर्थ ने फुੱਲ। जिवें फुੱਲ टहकदा है, जे पानी मिलदा रहे, पानी ना मिले फुੱਲ बुझ जाता है, इस तरह मैं भी टहकना वा तेरे नाम करके। नाम ना जपां ते मैं भी मुरझा जाना वा। मैं अंधुले की टेक तेरा नाम खुंदकारा। मैं गरीब, मैं मस्कीन, कह दिया करो जिहड़ी पंक्ति याद होवे। मैं गरीब मैं मस्कीन, तेरा नाम है आधारा। तेरा नाम ही मेरा आधार है। नाम तेरा आधार मेरा, तेरा नाम है आधारा। करीमा रहीमा अल्लाह तू गनीम। असल शब्द गनीम है, गग्गा नन्ने बिहारी मम्मा। गनीम मने अमीर, गनी खां। और माछीवाड़े सब तो अमीर बंदा वो है। नबी खां, माछीवाड़े सब तो वड्डा धार्मिक आगू वो है। करीमा हे कर्म करने वाले, रहीमा हे रहम करने वाले। अल्लाह तू गनीम, तू अमीर है। ये भगत नामदेव साहब का शब्द है। हाजरा हजूर दरपेश तू मनी, तू हाजरा हजूर है, दरपेश है, मेरे सामने है, तू गनीम है। दरियाओ तू दिहंद तू बिसियार तू धनी, देह ले एक तू दिगर को नहीं। दरिया भी तू है, दिहंद भी तू है। बिसियार बहुत वड्डा, बड़ा सूरमा, बड़ा अमीर। देह लेह एक तू, सानू वस्तुआं पदार्थ जिंदा देंदा भी तू है ते साथों
वापस लेंदा भी तू है। दे ले एक तू दिगर को नहीं, तू दाना तू बीना। ये असल शब्द दाना है। गुरबाणी दद्दे कन्ना नन्ना कन्ना लिखिया, पर जिथों आया उत्थे पता किदा दद्दे कन्ना नन्ने कन्ना ऐड़ा। ਇਹਦਾ उच्चारण करना है दाना। फलाना बंदा ते बड़ा दाना है, फलानी बीबी ते बड़ी दाना है। हुण ते दाना लोगों के दर्शन ही नहीं ना होंदे, ज़्यादातर मेरे नाल दे ने होछे ही ने। दानाई खत्म हो गई है, बिनाई भी खत्म हो गई है, परख भी कोनी, बरीकी नाल वेखना बरीकी नाल सुनना वो भी खत्म होंदा जा रहा। तू दाना तू बीना, मैं विचार क्या करी, नामे चे स्वामी बख्शंद तू हरी। इस वास्ते नाम तेरा आधार मेरा, ज्यों फूल जई है नार। और कह कबीर गुलाम घर का, जी आए भावें मार। मैं तो तेरे घर का गुलाम हाँ। तो गुलाम का इको ही मतलब हुंदा है भी उन्हें अपने बॉस नूं एक गल कहनी है भी बॉस इज ऑलवेज राइट। सत बचन जी, जो भी हुक्म है जी सत बचन, गुलाम उन्होंने कहते हैं। पहला जर खरीद होंदे सन, गरीब लोग अपने बच्चों को वेच देंदे सन, तो फिर वो सिखाते सन भी बच्चे असी तेरी रकम ले लीए, हुण जिवें दा भी काम कहण तू तेरी जबान ते इक्को ही गल होनी चाहिए जी सत बचन। तो इदां ही करते सन। तो समुचे शब्द विच सच्चे पातशाह ने सानू रजा विच राजी रहण दा वल, फुरमान तेरा सिरे उपर फिर ना करत विचार। हे वाहिगुरू तेरा फुरमान, तेरा हुक्म, तेरी आग्या, तेरी रजा खिड़े मत्थे प्रवान है। ये ते मैं दोबारा कोई विचार नहीं करनी, फिर ना करत विचार, क्योंकि तू ही दरिया तू ही करिया, तुझे ते निस्तार वाली अवस्था है। सो इस वास्ते भाई आओ असी भी ये अरदास करिए भी सच्चे पातशाह सानू भी तुसी रजा विच राजी रहण दा वल सिखा दिओ, ताकि साडे भी ये लोक सुखीए परलोक सुहेले। और नानक हर प्रभ आपे मेले माँ वाका।